ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਇਹ ਦੁਨੀਆ ਪ੍ਰੋਗਰਾਮ ਵਿੱਚ ਸ਼ਾਮਲ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ ਜਵੰਦਾ ਸਾਹਿਬ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ। ਜਵੰਦਾ ਜੀ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ। ਮੈਂ ਐਵੇਂ ਟੁੱਟ ਕੇ ਤੇ ਜੋੜ ਕੇ ਕਈ ਵਾਰੀ ਜਾਂ ਕਿਸੇ ਦੀਆਂ ਚੁੱਕੀਆਂ ਚਕਾਈਆਂ ਕੁਛ ਸਤਰਾਂ ਜਿਹੜੀਆਂ ਉਹ ਲੈ ਕੇ ਆਉਣਾ ਨਾ, ਤੇ ਜਵੰਦਾ ਜੀ ਨਾਲ ਅਸੀਂ ਗੱਲ ਕਰਦੇ ਨੇ ਜ਼ਿੰਦਗੀ ਬਾਰੇ ਜਾਂ ਫਿਲਾਸਫੀ ਬਾਰੇ। ਤੇ ਹੁਣ ਸ਼ੁਰੂ ਕੀਤਾ ਪ੍ਰੋਗਰਾਮ ਇਹ ਦੁਨੀਆ। ਪਿਛਲੀ ਵਾਰੀ ਸ਼ੁਰੂ ਕੀਤਾ ਸੀ, ਦੂਜਾ ਪ੍ਰੋਗਰਾਮ ਹੈ। ਜਵੰਦਾ ਜੀ, ਉਦੋਂ ਸੀ ਆਪਾਂ ਗੱਲ ਕਰ ਰਹੇ ਜੇ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ ਹੈ। ਠੀਕ ਹੈ ਜੀ। ਅੱਜ ਇੱਕ ਮੇਰੇ ਕੋਲ ਕਿਸੇ ਦੇ ਸ਼ਾਇਰ ਦੇ ਲਿਖੇ ਹੋਏ ਆ ਜੀ, ਕੁਛ ਇਸ ਤਰ੍ਹਾਂ आदर से देखा उसने मेरे को, कुछ इस कदर आदर से देखा उसने मेरे को कि छुआ तक नहीं और महसूस रूह को कर गया। कुछ इस तरह कुछ इस कदर आदर से देखा उसने मेरे को कि छुआ तक नहीं और महसूस रूह से कर गया। ਦੇਖੋ ਜੀ, ਇੱਦਾਂ ਹੈ ਵੀ ਕਈ ਲੋਕਾਂ 'ਚ ਕਪੈਸਿਟੀ ਹੁੰਦੀ ਹੈ, ਉਸ ਦੇ ਤੁਹਾਡੇ ਵਜੂਦ 'ਤੇ ਨਹੀਂ, ਤੁਹਾਡੇ ਰੂਹ 'ਤੇ ਉਹਨਾਂ ਦਾ ਅਸਰ ਅੰਦਾਜ਼ ਹੁੰਦੇ ਹੈ। ਪੋਜ਼ਿਟਿਵ ਵੀ ਹੈ, ਨੈਗੇਟਿਵ ਵੀ ਹੈ। ਹਾਂਜੀ, ਨੈਗੇਟਿਵ ਵੀ ਹੈ। ਨੈਗੇਟਿਵ ਪਰ ਇਹ ਤਾਂ ਆਦਰ ਨਾਲ ਗੱਲ ਕੀਤੀ, ਇਹ ਪੋਜ਼ਿਟਿਵ ਹੀ ਹੋਊਗਾ। ਬਹੁਤ ਸਾਰੇ ਦੇਖੋ, ਅਸੀਂ ਵੀ ਪ੍ਰੋਫੈਸ਼ਨਲ ਹੈਗੇ ਹਾਂ, ਤੁਸੀਂ ਵੀ ਪ੍ਰੋਫੈਸ਼ਨਲ ਹੋ। ਇੰਨਾ ਕੁ ਸਮਝ ਆ ਗਈ ਹੈ ਦੁਨੀਆ ਦੀ ਕਿ ਜਿਹੜਾ ਨਾ ਬੰਦਾ ਪੋਜ਼ਿਟਿਵ ਵਾਈਬਸ ਦੇ ਰਿਹਾ ਕਿ ਨੈਗੇਟਿਵ ਵਾਈਬਸ ਦੇ ਰਿਹਾ, ਇਹ ਤਾਂ ਪਤਾ ਲੱਗ ਜਾਂਦਾ ਹੈਗਾ ਰਾਈਟ ਫਰਮ ਦਾ ਬਿਗਨਿੰਗ। ਈਵਨ ਤੁਹਾਡੇ 'ਚ ਇੰਨੀ ਕੁ ਕਪੈਸਿਟੀ ਆ ਜਾਂਦੀ ਹੈ, ਇੰਨੀ ਕੁ ਤੁਹਾਡੇ 'ਚ ਕਾਬਲੀਅਤ ਹੋ ਜਾਂਦੀ ਹੈ ਕਿ ਤੁਸੀਂ ਬੰਦਾ ਤੁਹਾਡੇ ਨਾਲ ਗੱਲ ਨਹੀਂ ਕੀਤੀ, ਤੁਹਾਡੇ ਨਾਲ ਹੱਥ ਨਹੀਂ ਮਿਲਾਇਆ, ਚਲੋ ਹੱਥ ਮਿਲਾਉਣ ਦਾ ਜ਼ਮਾਨਾ ਗਿਆ ਹੁਣ ਵੈਸੇ, ਜਾਂ ਤੁਹਾਡੇ ਨਾਲੇ ਲਾਗੇ ਆ ਕੇ ਗੱਲ ਨਹੀਂ ਕੀਤੀ, ਲੇਕਿਨ ਤੁਸੀਂ ਸਮਝ ਜਾਂਦੇ ਪੋਜ਼ਿਟਿਵ ਕਿ ਨੈਗੇਟਿਵ ਹੈ। ਠੀਕ ਹੈ ਜੀ। ਕਈ ਵਿਆਹਾਂ 'ਚ ਹੁੰਦਾ ਜੀ, ਕੁਛ ਸਾਡੇ ਇੱਕ ਰਿਸ਼ਤੇਦਾਰ ਹੁੰਦੇ ਸੀ ਅਤੇ ਉਹਨਾਂ ਨੇ ਕੀ ਕਰਨਾ ਜੀ ਕਿ ਬੰਦੇ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖਣਾ। ਠੀਕ ਹੈ ਜੀ। ਇਸ ਤਰ੍ਹਾਂ ਦੇਖਣਾ ਕਿ ਬੰਦਾ ਪ੍ਰੈਸ਼ਰ ਥੱਲੇ ਆ ਜਾਂਦਾ ਸੀ ਕਿ ਮੇਰੇ ਪਤਾ ਨਹੀਂ ਬੂਟਾਂ 'ਚ ਨੁਕਸ ਹੈ, ਮੇਰੀ ਪੈਂਟ ਪ੍ਰੋਪਰਲੀ ਪ੍ਰੈਸ ਨਹੀਂ ਹੁੰਦੀ, ਤੱਕਣੀ ਇਸ ਤਰੀਕੇ ਦੀ ਵੀ ਬੰਦਾ ਉਹਦਾ ਐਕਸਰੇ ਕੀਤਾ ਜਾਏਗਾ। ਉਹ ਸਾਰਾ ਮਤਲਬ ਜਿਹੜਾ ਐਕਸਟਰੋਵਰਟ ਬੰਦਾ ਹੈਗਾ ਉਹ ਇੰਟਰੋਵਰਟ ਬਣ ਜਾਂਦਾ, ਆਪਣੇ ਆਪ ਬਾਰੇ ਸੋਚਦਾ। ਸਾਰਾ ਵਿਆਹ 'ਚ ਉਹਨੇ ਸੋਚਦਾ ਹੈ, ਪਤਾ ਨਹੀਂ ਉਹ ਬੰਦਾ ਮੇਰੇ ਵੱਲ ਵੇਖਦਾ ਸੀ ਕਿ ਕੀ ਚੀਜ਼ ਹੈ, ਮੇਰੇ 'ਚ ਘਾਟ ਕੀ ਹੈ। ਠੀਕ ਹੈ ਜੀ। ਹੋ ਸਕਦਾ ਵਾਸ਼ਰੂਮ ਵੀ ਜਾਵੇ, ਦੇਖੇ ਸ਼ੀਸ਼ੇ ਮੂਹਰੇ ਖੜੇ ਹੋ ਕੇ। ਐਗਜ਼ੈਕਟਲੀ। ਸੋ ਇਹ ਟੈਕਨੀਕ ਹੁੰਦੀ ਹੈ ਕਿ ਤੁਹਾਨੂੰ ਅੰਡਰ ਦਾ ਪ੍ਰੈਸ਼ਰ ਕਿੱਦਾਂ ਲਿਆਉਣਾ ਹੈਗਾ, ਤੁਹਾਨੂੰ ਕਿੱਦਾਂ ਡੋਮੀਨੇਟ ਕਿੱਦਾਂ ਕਰਨਾ ਹੈਗਾ। ਠੀਕ ਹੈ ਜੀ। ਸੋ ਇਹਦਾ ਸਲਿਊਸ਼ਨ ਇਹ ਹੈ, ਚਲੋ ਮੇਰੇ ਖਿਆਲ ਤੁਹਾਡੇ ਮਨ 'ਚ ਕਈ ਹੋਰ ਕੁਐਸਚਨ ਵੀ ਉਪਜ ਰਹੇ ਹੋਣੇ ਆ, ਪਰ ਮੈਂ ਇੱਦਾਂ ਦੱਸਦਾ ਕਿ ਆਪਣੇ ਆਪ ਨੂੰ ਪਿਆਰ ਕਰਨਾ ਬੰਦੇ ਨੂੰ ਆਉਣਾ ਚਾਹੀਦਾ ਜੀ। ਆਪਣੇ ਆਪ ਨੂੰ, ਉਹ ਇੱਕ ਅੰਗਰੇਜ਼ੀ 'ਚ ਕਹਾਵਤ ਹੈ ਜੀ ਕਿ ਨੋਬਡੀ ਕੈਨ ਮੇਕ ਯੂ ਫੀਲ ਇਨਫੀਰੀਅਰ ਵਿਦਾਊਟ ਯੋਰ ਪਰਮਿਸ਼ਨ। ਬਿਲਕੁਲ। nobody can make you feel inferior without your permission। ਕੋਈ ਬੰਦਾ ਤੁਹਾਨੂੰ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਬਣਾ ਸਕਦਾ, ਪ੍ਰੋਵਾਈਡਡ ਤੁਸੀਂ ਆਪਣੇ ਆਪ ਨੂੰ ਖੁਦ ਬਣਾਉਂਦੇ ਹੋ। ਠੀਕ ਹੈ ਜੀ। ਸੋ ਅਲਟੀਮੇਟਲੀ ਗੱਲ ਇਹ ਹੈ ਐਟ ਦ ਐਂਡ ਆਫ ਦ ਡੇ ਕਿ ਜੇ ਤੁਸੀਂ ਆਪਣੀ ਖੁਦੀ ਨੂੰ ਬੁਲੰਦ ਕਰਨਾ ਹੈ, ਹਾਂਜੀ, ਖੁਦੀ ਕੋ ਕਰ ਬੁਲੰਦ ਇਤਨਾ ਕਿ हर खुदाई से पहला खुदा बंदे से पूछे कि तेरी रजा क्या है। ठीक है जी। हर काम करने तो पहला खुदा ਤੁਹਾਨੂੰ ਪੁੱਛੇ ਵੀ ਹਾਂ ਬੰਦਾ ਤੂੰ ਚਾਹੁੰਦਾ ਕੀ ਹੈ। ਸੋ ਇਹ ਲਾਈਫ ਦੇ ਸਟਾਈਲ ਨੇ ਜੀ, ਥੋੜ੍ਹੇ ਜੀਣ ਦੇ ਬੜੇ ਇੰਪੋਰਟੈਂਟ ਨੇ, ਬੜੇ ਮਾਇਨੇ ਰੱਖਦੇ ਹੈਗੇ ਆ। ਬਾਕੀ ਜਿਹੜੇ ਲਾਈਫ ਦੇ ਆਸਪੈਕਟ ਹੈਗੇ ਬਹੁਤ ਜ਼ਿਆਦਾ ਹੈਗੇ ਨੇ ਜੀ। ਇੱਕ ਜਿਹੜਾ ਤੁਸੀਂ ਛੋਇਆ ਹੈਗਾ ਆਸਪੈਕਟ, ਔਰ ਇੱਕ ਹੋਰ ਚੀਜ਼ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਸ਼ੇਰ ਵਾਲਾ ਬੰਦੇ ਨੇ ਇਸ ਕਦਰ ਦੇਖਿਆ ਕਿ ਉਹਦੇ ਰੂਹ 'ਤੇ ਵਜੂਦ ਨੂੰ ਕ੍ਰਾਸ ਕਰਕੇ ਉਹਦੇ ਰੂਹ 'ਤੇ ਅਸਰ ਕਰ ਗਿਆ। ਠੀਕ ਹੈ ਜੀ। ਮੇਰੇ ਖਿਆਲ 'ਚ ਹੈ ਕਿ ਹਰ ਇਨਸਾਨ ਨੂੰ ਦੂਜੇ ਇਨਸਾਨ ਨੂੰ ਪੋਜ਼ੀਟਿਵ ਵਾਈਬਸ ਦੇਣੀਆਂ ਚਾਹੀਦੀਆਂ ਹੈਗੀਆਂ ਨੇ। ਭਾਈ ਵੀਰ ਸਿੰਘ ਦੀ ਇੱਕ ਕਵਿਤਾ ਸੀ ਜੀ, ਮੈਂ ਬੜੀ ਦੇਰ ਪਹਿਲਾਂ ਪੜ੍ਹੀ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਲਵੱਕੜੀ ਪਾਈ, ਮੇਰੀ ਨੂਰ ਤੁਸੀਂ ਹੱਥ ਨਾਏ, ਸਾਡੀ ਕੰਬਦੀ ਰਹੀ ਕਲਾਈ ਆ। ਇਹ ਵੀ ਉਸ ਤਰੀਕੇ ਦੀ ਗੱਲ ਹੈ। ਠੀਕ ਹੈ ਜੀ। ਮਤਲਬ ਤੁਸੀਂ ਉਹਨੂੰ, ਇਹ ਜਿਵੇਂ ਮੈਂ ਇਸ ਪਹਿਲੇ ਸ਼ੇਰ 'ਚ ਪਤਾ ਨਹੀਂ ਕਿਹਦਾ ਲਿਖਿਆ, ਮੈਨੂੰ ਚੰਗਾ ਲੱਗਾ ਤੇ ਮੈਂ ਕਿਹਾ ਚਲੋ ਗੱਲ ਕਰ ਲੈਂਦੇ ਹਾਂ। ਤੇ ਮੈਨੂੰ ਨਹੀਂ ਪਤਾ ਹੈਗਾ ਵੀ ਕਿਹਦਾ ਹੋ ਸਕਦਾ, ਸਾਡੇ ਜਿਹੜੇ ਸਰੋਤੇ ਸੁਣਦੇ ਆ, ਦਰਸ਼ਕ ਸੁਣਦੇ, ਉਹਨਾਂ ਦੇ ਵਿੱਚੋਂ ਕਿਸੇ ਦਾ ਹੋਵੇ ਜਾਂ ਉਹ ਜਾਣਦੇ ਹੋਣ ਤੇ ਜ਼ਰੂਰ ਦੱਸ ਦੇਣ। ਮੈਂ ਇਸ ਗੱਲ ਦੀ ਖਿਮਾ ਵੀ ਚਾਹੁੰਦਾ ਕਿ ਮੈਨੂੰ ਪਤਾ ਨਹੀਂ ਹੈ, ਪਰ ਮੈਨੂੰ ਲੱਗਦਾ ਸੀਗਾ ਕਿ
ਕੋਈ ਬੰਦਾ ਤੁਹਾਡੇ ਤੇ ਮਨ ਤੇ ਕਿੰਨਾ ਵਧੀਆ ਅਸਰ ਪਾ ਜਾਂਦਾ, ਤੁਸੀਂ ਉਹਦੇ ਨਾਲ ਗੱਲ ਵੀ ਨਹੀਂ ਕਰਦੇ, ਤੁਸੀਂ ਉਹਦੇ ਨੂੰ ਮਿਲਦੇ ਵੀ ਨਹੀਂ, ਤੁਸੀਂ ਉਹਦੇ ਵੱਲ ਸਿਰਫ ਉਹਨੇ ਤੁਹਾਡੇ ਵੱਲ ਵੇਖਿਆ ਜਾਂ ਤੁਸੀਂ ਉਹਦੇ ਵੱਲ ਵੇਖਿਆ, ਤੇ ਇੱਕ ਵੇਵਸ ਜਿਹੜੀਆਂ ਤੁਸੀਂ ਗੱਲ ਕਰਦੇ ਹੋ, ਵੇਵਸ ਜਿਹੜੀਆਂ ਉਹ ਪਾਸ ਹੋ ਗਈਆਂ, ਤੁਹਾਡੇ ਤੱਕ ਪਹੁੰਚ ਗਈਆਂ, ਉਹਦਾ ਕਿੰਨਾ ਵਧੀਆ ਪ੍ਰਭਾਵ ਹੋ ਸਕਦਾ। ਚੰਗੇ ਪ੍ਰਭਾਵ ਦੀ ਗੱਲ ਆ, ਚਲੋ ਮਾੜੇ ਵਾਲੀ ਤਾਂ ਹੁੰਦੀ ਆ, ਉਹ ਤਾਂ ਦੂਸਰੇ ਦੀ ਬੰਦੇ ਦੀ ਫਿਤਰਤ ਹੋ ਸਕਦੀ ਹੈ ਕਿ ਉਹ ਤੁਹਾਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰੇ, ਪਰ ਤੁਹਾਨੂੰ ਬਹੁਤ ਸਾਰੇ ਦੁਨੀਆ 'ਚ ਇਹੋ ਜਿਹੇ ਲੋਕ ਮਿਲਦੇ ਹੈਗੇ ਆ ਜਿਨ੍ਹਾਂ ਦੀ ਇੱਕ ਤੱਕਣੀ, ਇੱਕ ਮੁਸਕਰਾਹਟ ਜਿਹੜੀ ਆ, ਜਾਂ ਇੱਕ ਉਹਨਾਂ ਦਾ ਜਿਹੜਾ ਤੁਹਾਡੇ ਵੱਲ ਨੂੰ ਦੇਖ ਲੈਣਾ ਹੁੰਦਾ, ਉਹ ਤੁਹਾਨੂੰ ਸ਼ਰਸ਼ਾਰ ਕਰ ਦਿੰਦਾ, ਤੁਹਾਡੇ ਅੰਦਰ ਇੱਕ ਇਹੋ ਜਿਹੀ ਰੂਹ ਫੂਕ ਦਿੰਦਾ, ਤੁਹਾਡੇ ਅੰਦਰ ਇੱਕ ਇਹੋ ਜਿਹੀ ਝਰਨਾਹਟ ਫਿਰ ਆ ਜਾਂਦੀ ਆ, ਤੁਸੀਂ ਆਪਣੇ ਆਪ ਨੂੰ ਉੱਚੇ ਉੱਚੇ ਮਹਿਸੂਸ ਕਰਦੇ ਆ, ਆਪਣੇ ਆਪ ਨੂੰ ਮੁਕੰਮਲ ਜਿਹਾ ਮਹਿਸੂਸ ਕਰਦੇ ਆ। ਇਸ ਤਰੀਕੇ ਦੀ ਗੱਲ ਜਿਹੜੀ ਹੁੰਦੀ ਹੈ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਜ਼ਿੰਦਗੀ 'ਚ ਤੁਹਾਡੇ ਕੋਲ 24 ਘੰਟੇ ਆ, ਮੇਰੇ ਕੋਲ 24 ਘੰਟੇ ਆ। ਉਹਨਾਂ 24 ਘੰਟਿਆਂ 'ਚ ਤੁਸੀਂ ਸੌਣਾ ਵੀ ਹੁੰਦਾ ਹੈ, ਨਹਾਉਣਾ ਧੋਣਾ ਵੀ ਹੁੰਦਾ ਹੈ, ਬਾਕੀ ਜਿਹੜੀ ਐਕਟੀਵਿਟੀਜ਼ ਉਹ ਵੀ ਕਰਨੀ ਹੁੰਦੀ ਹੈ, ਪੜ੍ਹਾਈ ਵੀ ਕਰਨੀ ਹੁੰਦੀ ਹੈ, ਮੈਡੀਟੇਟ ਵੀ ਕਰਨਾ ਹੁੰਦਾ ਹੈ, ਔਰ ਕੁਝ ਪੋਰਸ਼ਨ ਆਫ ਦਾ ਡੇ ਤੁਹਾਨੂੰ ਬਾਕੀ ਐਜ਼ ਅ ਸੋਸ਼ਲ ਐਨੀਮਲ ਤੁਹਾਨੂੰ ਗੁਜ਼ਾਰਨਾ ਪੈਂਦਾ ਹੈਗਾ। ਠੀਕ ਹੈ ਜੀ। ਉਹ ਟਾਈਮ ਜਦੋਂ ਤੁਸੀਂ ਗੁਜ਼ਾਰਦੇ ਹੋ ਲੋਕਾਂ ਦੇ ਵਿੱਚ, ਜਦੋਂ ਵਿਚਰਦੇ ਹੋ, ਤੁਹਾਨੂੰ ਸਟੋਰ ਵੀ ਜਾਣਾ ਪੈਂਦਾ, ਤੁਹਾਨੂੰ ਬੈਂਕ ਵੀ ਜਾਣਾ ਪੈਂਦਾ, ਤੁਹਾਨੂੰ ਗੈਸ ਸਟੇਸ਼ਨ ਤੋਂ ਗੈਸ ਵੀ ਪਾਉਣੀ ਪੈਂਦੀ ਹੈ, ਤੁਹਾਨੂੰ ਕਿਸੇ ਰੈਸਟੋਰੈਂਟ 'ਚ ਬੈਠ ਕੇ ਕੌਫੀ ਵੀ ਪੀਣੀ ਪੈਂਦੀ, ਤੁਹਾਨੂੰ ਕਾਲ ਵੀ ਕਰਨੀ ਪੈਂਦੀ ਹੈ। ਇਹ ਸਾਰੇ ਜਿਹੜੇ ਪ੍ਰੋਸੈਸ ਹੈ, ਇਹਦੇ ਦੌਰਾਨ ਤੁਹਾਡੀ ਇੰਟਰੈਕਸ਼ਨ ਹੁੰਦੀ ਬਾਕੀ ਲੋਕਾਂ ਨਾਲ। ਠੀਕ ਹੈ ਜੀ। ਔਰ ਉਹ ਜਿਨ੍ਹਾਂ ਲੋਕਾਂ ਨਾਲ ਤੁਸੀਂ ਇੰਟਰੈਕਟ ਹੋ ਰਹੇ ਹੋ, ਉਹ ਲੋਕਾਂ ਦੀ ਨੇਚਰ ਜਿਹੜੀ ਹੈ ਉਹ ਡਿਫਰੈਂਟ ਹੁੰਦੀ ਹੈ। ਉਹ ਖੁਦ ਕਿਸੇ ਨੂੰ ਵੇਖ ਕੇ ਚਾਹ ਚੜ੍ਹ ਜਾਂਦਾ ਤੁਹਾਨੂੰ। ਹਾਂਜੀ। ਕੁਝ ਲੋਕ ਜਿਹੜੇ ਨੇ ਉਹ ਖੁਦ ਪ੍ਰੋਬਲਮ ਦੇ ਵਿੱਚ, ਕੰਪਲੀਕੇਸ਼ਨ ਦੇ ਵਿੱਚ ਫਸੇ ਹੋਏ ਹੁੰਦੇ ਨੇ। ਠੀਕ ਹੈ ਜੀ। ਕੁਝ ਬੰਦੇ ਜਿਹੜੇ ਨੇ ਉਹ ਬੜੇ ਹੀ, ਸਪੋਜ਼ ਲੈਟਸ ਸੇ ਕਿਸੇ ਦੀ ਡੀਲ ਹੋਈ ਹੈ ਤੇ ਬੜਾ ਖੁਸ਼ ਹੈ ਜੀ, ਉਹ ਤੁਹਾਨੂੰ ਮਿਲੇਗਾ ਤੇ ਤੁਹਾਨੂੰ ਖੁਸ਼ ਮਿਲੇਗਾ, ਹੈ ਨਾ ਜੀ। ਕੁਝ ਬੰਦੇ ਐਸੇ ਨੇ ਜਿਨ੍ਹਾਂ ਨੂੰ ਘਰ 'ਚ ਪ੍ਰੋਬਲਮ ਹੁੰਦੀ ਹੈ, ਔਰ ਸੋਸ਼ਲ ਸੋਸਾਇਟੀ 'ਚ ਘੁੰਮਦਿਆਂ ਵੀ ਉਹਨਾਂ ਨੂੰ ਕੁਝ ਨੈਗੇਟਿਵਿਟੀ ਹੁੰਦੀ ਹੈ, ਮਹਿਸੂਸ ਹੁੰਦੀ, ਉਹ ਫਿਰ ਨੈਗੇਟਿਵਿਟੀ ਦੇ ਭਰੇ ਤੁਹਾਨੂੰ ਵੀ ਨੈਗੇਟਿਵਿਟੀ ਦਿੰਦੇ ਹੈਗੇ ਆ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਇੱਕ ਵਰਡ 'ਚ ਇੱਕ ਮੂਵੀ ਆਈ ਸੀ ਜੀ, ਅ ਵੈਡਨਸਡੇ, ਅਨੁਪਮ ਖੇਰ ਤੇ ਨਸੂਰੂਦੀਨ ਸ਼ਾਹ, ਮੈਨੂੰ ਸਟਿਲ ਉਹਦਾ ਇੱਕ ਡਾਇਲੌਗ ਯਾਦ ਹੈ ਕਿ ਇੱਕ ਪਲ ਦੇ ਵਿੱਚ, ਇੱਕ ਮੂਮੈਂਟ ਦੇ ਵਿੱਚ ਤੁਹਾਡੀ ਲਾਈਫ ਚੇਂਜ ਕਰਨ ਦੀ ਕੈਪੈਸਿਟੀ ਹੁੰਦੀ ਹੈ। ਇੱਕ ਮੂਮੈਂਟ ਦੇ ਵਿੱਚ ਤੁਹਾਡੀ ਲਾਈਫ ਚੇਂਜ ਕਰਨ ਦੀ ਕੈਪੈਸਿਟੀ ਹੁੰਦੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਅੰਮ੍ਰਿਤਸਰ ਜੌਬ ਕਰਦਾ ਸੀ, ਤੇ ਇੱਕ ਉੱਥੇ ਪੇਅਰ ਆ ਕੇ ਠਹਿਰਿਆ ਪਿੰਡ ਤੋਂ। ਉਹਨਾਂ ਦੀ ਬੇਟੀ ਨੇ, ਮੈਂ ਉਸ ਟਾਈਮ ਦੀ ਗੱਲ ਕਰਦਾ ਜਦੋਂ ਪੰਜਾਬ 'ਚ ਪ੍ਰੋਫੈਸ਼ਨਲ ਕਾਲਜਸ ਘੱਟ ਹੁੰਦੇ ਸੀ, ਤੇ ਲੋਕੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਪ੍ਰੋਫੈਸ਼ਨਲ ਜਾਂ ਇੰਜੀਨੀਅਰਿੰਗ ਜਾਂ ਫਾਰਮੇਸੀ ਜਾਂ ਡਾਕਟਰੀ ਕਰਨ ਸਾਊਥ ਵੱਲ ਭੇਜ ਦਿੰਦੇ ਸੀ। ਕਰਨਾਟਕ ਬਹੁਤ ਜਾਂਦੇ ਸੀ। ਹਾਂਜੀ। ਬੇਟੀ ਨੇ ਆਉਣਾ ਸੀ ਬੰਗਲੌਰ ਤੋਂ, ਤੇ ਬੰਗਲੌਰ ਤੋਂ ਅੱਗੇ ਆ ਕੇ ਤੇ ਉਹਨੇ ਫਰੰਟੀਅਰ ਮੇਲ 'ਚ ਸਵੇਰੇ ਉਤਰਨਾ ਸੀ ਅੰਮ੍ਰਿਤਸਰ। ਠੀਕ ਹੈ ਜੀ। ਮਾਂ ਪਿਓ ਦੇ ਆਪਣੇ ਸਾਡੇ ਹੋਟਲ 'ਚ ਠਹਿਰੇ, ਤੇ ਸਵੇਰੇ ਉਹਨਾਂ ਨੇ ਕੋਈ 5:45 6 ਵਜੇ ਆਉਂਦੀ ਹੈ, ਤੇ ਉੱਥੇ ਸਟੇਸ਼ਨ 'ਤੇ ਪਿਕਅਪ ਕਰਕੇ ਲੈ ਕੇ ਜਾਣਾ ਸੀ। ਮੈਂ ਰਾਤ ਦੀ ਡਿਊਟੀ 'ਤੇ ਸੀ, ਤੇ ਮੈਨੂੰ ਖਬਰਾਂ 'ਚ ਪਤਾ ਲੱਗਾ ਕਿ ਸਵੇਰੇ ਮਤਲਬ ਸਾਨੂੰ 4, 4:30, 5 ਵਜੇ ਮਤਲਬ ਉਹਦੇ 'ਚ ਨਿਊਜ਼ ਫਲੈਸ਼ ਕਰਨੀ ਸ਼ੁਰੂ ਕਰ ਦਿੱਤੀ। ਅੱਜ ਤੱਕ ਤਾਂ ਚੈਨਲ ਹੁੰਦਾ ਸੀ ਉਦੋਂ, ਕਿ ਖੰਨੇ ਲਾਗੇ ਐਕਸੀਡੈਂਟ ਹੋਇਆ ਫਰੰਟੀਅਰ ਮੇਲ ਦਾ। ਮੈਨੂੰ ਇਹ ਵੀ ਪਤਾ ਸੀ ਕਿ ਉਹਨਾਂ ਨੂੰ ਜਾਣਾ ਹੈਗਾ। ਠੀਕ ਹੈ ਜੀ। ਲੈਣ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਕਾਲ ਕਰਕੇ, ਮੈਂ ਕਿਹਾ ਫਰੰਟੀਅਰ ਮੇਲ ਦਾ ਐਕਸੀਡੈਂਟ ਹੋਇਆ। ਉਹਨਾਂ ਨੂੰ ਭੱਜਣਾ ਪੈ ਗਈਆਂ, ਕਹਿੰਦੇ ਸਾਨੂੰ ਗੱਡੀ ਕਰਕੇ ਦਿਓ, ਆਪਾਂ ਉੱਥੇ ਜਾਣਾ ਰਾਈਟ ਐਟ ਦਾ ਸਪੌਟ, ਖੰਨੇ ਜਿੱਥੇ ਐਕਸੀਡੈਂਟ। ਮੈਂ ਕਿਹਾ ਕੀ ਗੱਲ? ਕਹਿੰਦੇ ਸਾਡੀ ਬੇਟੀ ਆ ਰਹੀ ਹੈ, ਤੇ ਸਾਨੂੰ ਉਸੇ ਟ੍ਰੇਨ 'ਚ। ਠੀਕ ਹੈ ਜੀ। ਤੇ ਮੈਂ ਗੱਡੀ ਦਾ ਡਰਾਈਵਰ ਜਿਹੜਾ ਹੋਟਲ ਦਾ ਸੀ ਆਫੀਸ਼ੀਅਲ, ਉਹਨੂੰ ਬੁਲਾਇਆ, ਤੇ ਮੈਂ ਕਿਹਾ ਲੈ ਕੇ ਜਾ ਇਹਨਾਂ ਨੂੰ। ਉਹ ਚਲੇ ਗਏ, ਹੌਸਲਾ ਦਿੱਤਾ ਵੀ ਕੁਛ ਨਹੀਂ, ਤੁਸੀਂ ਘਬਰਾਓ ਨਾ। ਤੇ ਉਦੋਂ ਫੋਨ ਤੇ ਹੁੰਦੇ ਨਹੀਂ ਸੀ ਇੰਨੇ, ਹੈ ਨਾ, ਕਾਮਨ ਨਹੀਂ ਸੀ ਹੈ। ਤੇ ਉਹ ਗਏ ਲੈ ਕੇ ਡਰਾਈਵਰ ਜਿਹੜਾ, ਤੇ 4, 5, 6 ਦਿਨ ਬਾਅਦ ਫਿਰ ਉਹ ਆਇਆ ਡਰਾਈਵਰ। ਤੇ ਮੈਂ ਵੈਸੇ ਸਵੇਰੇ ਪੁੱਛਿਆ, ਮੈਂ ਕਿਹਾ ਕੀ ਬਣਿਆ ਉਹਨਾਂ ਦਾ? ਉਦੋਂ ਬਹੁਤ ਬੰਦੇ ਮਰੇ ਸੀ ਉਦੋਂ ਨਾ, ਇੱਕ ਪਾਸੇ ਫਰੰਟੀਅਰ ਸੀ, ਤੇ ਦੂਜੇ ਪਾਸੇ ਪਤਾ ਨਹੀਂ ਕਿਹੜੀ ਟ੍ਰੇਨ ਸੀ, ਉਹਨਾਂ ਦਾ ਐਕਸੀਡੈਂਟ ਹੋ ਗਿਆ। ਇੱਕ ਟ੍ਰੇਨ ਜਿਹੜੀ ਦੂਜੀ ਟਰੈਕ ਦੇ ਉੱਤੇ ਚੜ੍ਹ ਗਈ ਸੀ, ਤੇ ਉਹਦੇ ਵਿੱਚ ਦੂਜੇ ਨੇ ਰੈਮ ਕੀਤਾ ਸੀ, ਮਤਲਬ ਕਿ 175 ਕਿ 150 ਬੰਦੇ ਮਰੇ ਸੀ ਉਦੋਂ। ਮੈਂ ਡਰਾਈਵਰ ਨੂੰ ਪੁੱਛਿਆ, ਮੈਂ ਕਿਹਾ ਕੀ ਬਣਿਆ? ਕਹਿੰਦੇ ਅਸੀਂ ਗਏ ਇੱਥੇ ਸਪੌਟ 'ਤੇ, ਇਹ ਰੋਂਦੇ ਕਰਲਾਉਂਦੇ ਗਏ। ਠੀਕ ਹੈ ਜੀ। ਤੇ ਕਹਿੰਦੇ ਲੱਭਣ, ਜਿਸ ਰਿਜ਼ਰਵੇਸ਼ਨ ਵਾਲੇ ਡੱਬੇ 'ਚ ਬੇਟੀ ਨੇ ਆਉਣਾ ਸੀ, ਉਹ ਬੜੀ ਬੁਰੀ ਤਰ੍ਹਾਂ ਥੱਲੇ ਦੱਬਿਆ ਪਿਆ। ਠੀਕ ਹੈ ਜੀ। ਤੇ ਮਾਂ ਦੀ ਬੜੀ ਬੁਰੀ ਹਾਲਤ। ਕਹਿੰਦੇ ਖਲੋਤੇ
ਇੱਕ ਕੁੜੀ ਆਈ ਤੇ ਉਹਨੇ ਜੱਫੀ ਭਾਲੀ ਮਗਰ ਆ ਕੇ ਆਪਣੀ ਮਾਂ ਨੂੰ। ਉਹ ਹੈਰਾਨ ਵੀ ਇਹ ਕੀ ਬਣ ਗਿਆ, ਜਿੰਦਾ ਹੈਗੀ ਸੀ। ਹਾਂ, ਉਹ ਬੇਟੀ ਦੀ ਆਦਤ ਸੀ ਸੌਣ ਦੀ ਜ਼ਿਆਦਾ, ਓਵਰ ਸਲੈਪਟ ਕਰ ਗਈ ਤੇ ਗੱਡੀ ਮਿਸ ਕਰ ਗਈ ਉਹਨੇ। ਠੀਕ ਹੈ। ਉਹਨੂੰ ਪਤਾ ਸੀ ਕਿ ਮੇਰੇ ਬਾਪ ਨੇ ਵੇਖਣਾ ਹੈ, ਮੈਨੂੰ ਨਾ ਐਕਸੀਡੈਂਟ ਸੁਣ ਕੇ ਸਪੌਟ ਤੇ ਆਉਣਾ ਹੈਗਾ। ਉਹ ਦਿੱਲੀੋਂ ਕਾਰ ਕਰਕੇ ਤੇ ਉੱਥੇ ਪਹੁੰਚੀ ਤੇ ਉੱਥੇ ਹੋਇਆ। ਮੈਂ ਸੋਚਦਾ ਨਾ ਕਿ ਦੇਖੋ ਲਾਈਫ ਜਿਹੜੀ ਹੈ ਨਾ, ਇੱਕ ਮੂਮੈਂਟ ਸਪੋਜ਼ ਲੈਟ ਸੇ ਅਗਰ ਉਹ ਕੁੜੀ ਜਿਹੜੀ ਹੈ ਉਹ ਗੱਡੀ ਫੜ ਲੈਂਦੀ, ਖਤਮ ਸੀ ਨਾ। ਸੋ ਆਪਾਂ ਟਾਈਮਿੰਗਸ ਦੀ ਗੱਲ ਕਰਦੇ ਹਾਂ ਕਿ ਵੀ ਅਸੀਂ ਟੈਂਪੋ ਲੂਜ਼ ਕਰਦੇ ਹਾਂ ਕਿ ਆਪਾਂ ਲੇਟ ਹੋ ਗਏ ਜੀ, ਪਤਾ ਨਹੀਂ ਕਿਉਂ, ਕਿਸ ਤਰ੍ਹਾਂ ਹੋ ਗਿਆ। ਰੋਡ ਤੇ ਜਾਂਦੇ ਆ, ਟ੍ਰੈਫਿਕ ਬਹੁਤ ਜ਼ਿਆਦਾ ਬਲੌਕ ਹੋਇਆ ਤੇ ਆਪਾਂ ਗਾਲਾਂ ਕੱਢਦੇ ਹਾਂ ਕਿ ਸਾਨੂੰ ਲੇਟ ਕਰਤਾ ਇਹਨੇ, ਹੈ ਨਾ ਜੀ। ਇਹਦੇ ਨਾਲ ਹੀ ਜੁੜਦੀ ਹੈ। ਹਾਂਜੀ ਹਾਂਜੀ, ਮੇਰੇ ਕੋਲ ਹੋਰ ਸ਼ੇਅਰ ਹੈ ਜਿਹੜਾ ਤੁਹਾਡੇ ਨਾਲ ਡਿਸਕਸ ਸ਼ੇਅਰ ਕਰਦਾ ਮੈਂ। ਇਸੀ कश्मकश में गुजर जाता है सारा दिन, इसी कश्मकश में गुजर जाता है सारा दिन कि तुमसे बात करूं या फिर तुम्हारी बात करूं। अच्छा जी, इसी कश्मकश में गुजर जाता है सारा दिन कि तुमसे बात करूं कि तुम्हारी बात करूं, ਜਾਂ तुम्हारी बात करूं। हाँ जी, ਇਹਦੇ ਤੇ ਦੋ ਹੀ ਐਸਪੈਕਟ ਹੈਗੇ ਕਿ तुमसे बात करूं, वन टू वन फेस टू फेस ਹੋ ਕੇ ਤੇਰੇ ਨਾਲ ਗੱਲ ਕਰਾਂ, ਜਾਂ ਤੇਰੀ ਐਬਸੈਂਸ 'ਚ ਕਿਸੇ ਤੇਰੇ ਬਾਰੇ ਕਿਸੇ ਹੋਰ ਨਾਲ। ਤੁਸੀਂ ਆਪਣੇ ਮਿੱਤਰਾਂ ਪਿਆਰਿਆਂ ਦੀ ਗੱਲ ਕਰਨੀ ਹੈ ਜੀ, ਭਾਵੇਂ ਉਹ ਤੁਹਾਡੇ ਸਾਹਮਣੇ ਹੈਗੇ ਤੇ ਭਾਵੇਂ ਤੁਹਾਡੇ ਸਾਹਮਣੇ ਨਹੀਂ ਹੈਗੇ। ਹਾਂਜੀ, ਦੁਨੀਆ ਤੇ ਇਹੀ ਹੈ ਨਾ ਜੀ। ਅਸੀਂ ਜਿਸ ਦੁਨੀਆ ਦੀ ਗੱਲ ਕਰਦੇ ਹਾਂ, ਦੁਨੀਆ ਤੇ ਇਹੀ ਹੈ ਨਾ ਕਿ ਜੇ ਤਾਂ ਤੁਹਾਡੇ ਕੋਲ ਹੈ ਤੇ ਫਿਰ ਉਹਨਾਂ ਮਿੱਤਰ ਪਿਆਰਾਂ ਨਾਲ ਤੁਹਾਨੂੰ ਗੱਲ ਕਰਨੀ ਚਾਹੀਦੀ। ਦਿਲ ਦੀਆਂ ਗੱਲਾਂ ਮਿੱਤਰ ਪਿਆਰਾਂ ਨਾਲ ਹੀ ਹੁੰਦੀਆਂ। ਠੀਕ ਹੈ ਜੀ। ਮਿੱਤਰ ਪਿਆਰੇ ਦਾ ਮਤਲਬ ਇਹ ਨਹੀਂ ਕਿ ਫੈਮਿਲੀ ਤੋਂ ਬਾਹਰ, ਫੈਮਿਲੀ ਤਾਂ ਸਾਰੀ ਹੈ ਹੀ ਮਿੱਤਰ ਪਿਆਰਾਂ ਦਾ ਗੜ੍ਹ ਹੈ। ਉਹ ਤਾਂ ਇੱਕ ਕੁਟੁੰਬ ਤੁਹਾਡਾ ਹੈਗਾ, ਉਹਦੇ 'ਚ ਕੋਈ ਵੀ ਗੈਰ ਨਹੀਂ ਹੈ, ਸਾਰੇ ਹੀ ਮਿੱਤਰ ਹੈ, ਸਾਰੇ ਤੁਹਾਡੇ ਪਿਆਰੇ। ਠੀਕ ਹੈ ਜੀ। ਪਰ ਜੇ ਉਹ ਕੋਲ ਨਹੀਂ ਹੈ ਜਾਂ ਮਿੱਤਰ ਕੋਲ ਨਹੀਂ, ਤੁਸੀਂ ਇਕੱਲੇ ਬੈਠੇ ਹੈ, ਤੇ ਫਿਰ ਉਹ ਕਹਿੰਦੇ ਜੀ ਮੈਂ ਤੁਮਸੇ ਬਾਤ ਕਰੂੰ ਜਾਂ तुम्हारी बात करूं। तुम्हारी बात तो मुझे याद आया जी कि मेरे कत्ल की हो रही थी साजिश, मैं पहुंचा तो बोले कमीने बड़ी लंबी उम्र है, तेरा ही जिक्र चल रहा था। बिल्कुल बिल्कुल, ठीक है जी, बिल्कुल। हाँ जी। सो इदां है कि ਤੁਹਾਡੇ ਬਾਰੇ ਨੈਗੇਟਿਵ ਵੀ ਕਈ ਵਾਰੀ ਚੱਲਦਾ ਹੈ, ਪਰ ਪਰਵਾਹ ਨਾ ਕਰੋ ਉਸ ਚੀਜ਼ ਨੂੰ। ਤੁਹਾਨੂੰ ਦੁਨੀਆ 'ਚ ਤੁਸੀਂ ਕਹਿੰਦੇ ਕਿ ਯੂ ਕਾਂਟ ਮੇਕ ਹੈਪੀ ਆਲ ਦ ਪੀਪਲ ਆਲ ਦ ਟਾਈਮ। ਠੀਕ ਹੈ ਜੀ, ਬਿਲਕੁਲ। ਬਾਬਾ ਨਾਨਕ ਨੂੰ ਵੀ ਗਾਲਾਂ ਕੱਢੀਆਂ, ਉਹਨਾਂ ਨੂੰ ਵੀ ਹਾਂਜੀ ਹੋਇਆ। ਕ੍ਰਿਟਿਸਿਜ਼ਮ ਹੁੰਦਾ, ਫੇਸ ਕਰਨਾ ਆਉਣਾ ਚਾਹੀਦਾ ਬੰਦੇ ਨੂੰ। ਔਰ ਕ੍ਰਿਟਿਸਿਜ਼ਮ ਜਿਹੜੀ ਇੱਕ ਚੀਜ਼ ਹੈ ਕਿ ਤੁਹਾਨੂੰ ਸਟ੍ਰੀਮਲਾਈਨ ਕਰਦਾ ਹੈ, ਤੁਹਾਨੂੰ ਸਟ੍ਰੀਮਲਾਈਨ ਕਰਦਾ ਕਿ ਤੁਹਾਨੂੰ ਕੈਪੇਬਲ ਬਣਾਉਂਦਾ ਹੈਗਾ ਕਿ ਤੁਸੀਂ ਹੁਣ ਦੇਖੋ ਤੁਸੀਂ ਰਾਹ ਚੱਲਦੇ ਹੋ, ਇੱਕ ਪਿੰਡ 'ਚ ਇੰਨੇ ਅਵਾਰਾ ਕੁੱਤੇ ਹੈਗੇ ਆ। ਠੀਕ ਹੈ ਜੀ, ਤੁਸੀਂ ਹਰ ਭੌਂਕਦੇ ਕੁੱਤੇ ਦਾ ਤੁਸੀਂ ਜਵਾਬ ਨਹੀਂ ਦੇ ਸਕਦੇ, ਤੁਹਾਨੂੰ ਆਪਣੇ ਮਸਤ ਚਾਲ 'ਚ ਚੱਲਦੇ ਰਹਿਣਾ ਚਾਹੀਦਾ। ਠੀਕ ਹੈ ਜੀ। ਮੈਂ ਚਲੋ ਨੈਗੇਟਿਵ ਪੱਖ 'ਚ ਵੀ ਗੱਲ ਕਰ ਰਿਹਾ ਤੇ ਪੋਜ਼ੀਟਿਵ 'ਚ ਕਰ ਰਿਹਾ ਕਿ ਤੁਹਾਨੂੰ ਕਈ ਤਰ੍ਹਾਂ ਦੇ ਆਪੋਜੀਸ਼ਨ ਫੇਸ ਕਰਨੀ ਪੈਂਦੀ ਹੈ, ਕਈ ਤਰ੍ਹਾਂ ਦੀ ਤੁਹਾਨੂੰ ਨੈਗੇਟਿਵਿਟੀ ਫੇਸ ਕਰਨੀ ਪੈਂਦੀ ਹੈ। ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਹਰ ਇੱਕ ਨੈਗੇਟਿਵਿਟੀ ਦਾ ਖਲੋ ਕੇ ਰਿਸਪੌਂਸ ਦੇਣਾ ਚਾਹੀਦਾ। ਉਹ ਕਹਿੰਦੇ ਕਿ ਲੋਕ ਮਿਲਤੇ ਗਏ, ਕਾਰਮਾ ਚਲਤਾ ਗਿਆ, ਕਾਰਮਾ बढ़ता ਗਿਆ, ਹੈ ਨਾ। ਠੀਕ ਹੈ ਜੀ। ਬਾਕੀ ਇਹ ਹੈ ਕਿ ਲਾਈਫ ਹੈ ਜੀ, ਲਾਈਫ ਦੇ ਦੋ ਤਰੀਕੇ ਨੇ ਜੀਣ ਦੇ। ਜਾਂ ਤੇ ਤੁਸੀਂ ਆਪਣੀ ਮੰਜ਼ਿਲ ਨੂੰ ਓਹਲੇ ਕਰਕੇ ਉਹਨਾਂ ਲੋਕਾਂ 'ਚ ਉਲਝ ਜਾਓ ਜਿਹੜੇ ਤੁਹਾਨੂੰ ਕ੍ਰਿਟਿਸਾਈਜ਼ ਕਰਦੇ ਆ, ਜਿਹੜੇ ਚਾਹੁੰਦੇ ਕਿ ਆਪਣੀ ਤੁਹਾਡੀ ਪੇਸ ਹੌਲੀ ਹੋਏ, ਜਾਂ ਫਿਰ ਆਪਣੀ ਪੇਸ ਤੇ ਉਹਨਾਂ ਲੋਕਾਂ ਨੂੰ ਇਗਨੋਰ ਕਰਦੇ ਹੋਏ ਤੁਰਦੇ ਰਹੋ। ਮੈਂ ਅਗਲੀ ਗੱਲ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਦੁਬਾਰਾ ਦੱਸਣਾ ਚਾਹੁੰਦਾ ਜੀ, ਪ੍ਰੋਗਰਾਮ ਦਾ ਨਾਮ ਹੈ ਯੇ ਦੁਨੀਆ ਅਗਰ ਮਿਲ ਵੀ ਜਾਏ ਤੋ ਕਿਆ ਹੈ। ਦੁਨੀਆ ਅਗਰ ਮਿਲ ਵੀ ਜਾਏ ਤੋ ਕਿਆ ਹੈ। ਅਸੀਂ ਦੁਨੀਆ ਨੂੰ ਕਹਿੰਦੇ ਆ ਕਿ ਇਹ ਦੁਨੀਆ ਸਾਡੀ ਆ, ਇਹ ਚੀਜ਼ ਸਾਡੀ ਹੋਣੀ ਚਾਹੀਦੀ ਹੈ, ਸਾਡੀ ਹੋਣੀ ਚਾਹੀਦੀ ਹੈ। ਜੇ ਉਹ ਮਿਲ ਵੀ ਜਾਏ ਸਾਰਾ ਕੁਝ ਸਾਡੇ ਕੋਲ ਵੀ ਹੋਵੇ, ਫਿਰ ਕੀ ਹੋਊਗਾ। ਠੀਕ ਹੈ ਜੀ। ਇਹ ਅਸੀਂ ਇਸ ਮੁੱਦੇ ਤੇ ਹਰ ਵਾਰੀ ਚਰਚਾ ਕਰਦੇ ਹਾਂ। ਤੇ ਮੈਂ ਇੱਕ ਹੋਰ ਸ਼ੇਅਰ ਜਿਹੜਾ ਉਹ ਜ਼ਿਕਰ ਕਰਨਾ ਚਾਹੁੰਦਾ ਜੀ ਤੁਹਾਡੇ ਨਾਲ। ਗੁਮਾਨ ਕਰਤੇ ਹੈ ਆਪਣੇ ਅੰਗੂਰ ਹੋਣੇ ਪਰ। ਹਾਂਜੀ, गुमान करते हैं अपने अंगूर होने पर, वो याद रखें एक दिन किशमिश हो जाना है। क्या बात है। ਇਹਦੇ ਤੇ ਮੈਂ ਤੁਹਾਨੂੰ ਦੱਸਦਾ ਕਿ माशूक का बुढ़ापा लज्जत दिला रहा है, माशूक का बुढ़ापा लज्जत दिला रहा है, अंगूर का मजा किशमिश में आ रहा है। क्या बात है। ਸੋ ਇਹ ਚੀਜ਼ ਹੈ ਕਿ ਦੇਖੋ ਤੁਸੀਂ ਅਗਰ ਲੁਤਫ ਲੈਣਾ ਜ਼ਿੰਦਗੀ ਦਾ ਤੇ ਡਜ਼ਨਟ ਮੈਟਰ ਤੁਹਾਡੀ ਜਿਹੜੀ ਪਾਰਟਨਰ ਹੈ ਉਹ ਕਿੰਨੇ ਸਾਲ ਦੇ ਹੈ। ਤੇ ਅਗਰ ਤੁਸੀਂ ਮੈਂ ਤੁਹਾਨੂੰ ਦੱਸਦੇ ਹਾਂ ਕਿ
ਲਾਈਫ ਜਿਹੜੀ ਹੈ ਉਹ ਇਹ ਨਹੀਂ ਹੈ ਕਿ ਤੁਸੀਂ ਜੀ ਇੱਕ ਕਹਿੰਦੇ ਜੀ ਕਿ ਵਿਆਹ ਜਿਹੜਾ 5-6 ਸਾਲ ਨਿਕਲ ਗਿਆ ਹੁਣ ਤੇ ਬਾਅਦ ਜ਼ਿੰਦਗੀ ਆਮ ਨੀਰਸੀ ਹੋ ਗਈ ਹੈ। ਮੈਂ ਤੁਹਾਨੂੰ ਐਸੇ ਕਪਲ ਦੱਸਦਾ ਹੈ ਕਿ ਉਹ ਆਪਾਂ ਜਿਸ ਤਰ੍ਹਾਂ ਬੀਚਾਂ ਦੇ ਤੇ ਲੇਕਾਂ ਦੇ ਸਮੁੰਦਰ ਦੇ ਵਿੱਚ ਲੇਕਾਂ ਦੇ ਇੱਕ ਭੀੜ ਦੇ ਵਿੱਚ ਰਹਿੰਦੇ ਹੈਗੇ। ਸਾਡੇ ਪ੍ਰੋਵਿੰਸ 'ਚ ਕਿੰਨੀਆਂ ਲੇਕਾਂ ਹੈਗੀਆਂ ਨੇ ਤੇ ਗਰਮੀਆਂ 'ਚ ਖਾਸ ਕਰਕੇ ਮੇਰਾ ਬੜਾ ਹੁੰਦਾ ਟਾਈਮ ਸਕੈਜੂਲ ਹੁੰਦਾ ਕਿ ਹਫ਼ਤੇ 'ਚ 3-4 ਦਿਨ ਜ਼ਰੂਰ ਬਾਹਰ ਜਾਣਾ ਤੇ ਜਾਣਾ ਵੀ ਐਸੀ ਜਗ੍ਹਾ ਤੇ ਜਿੱਥੇ ਭੀੜ ਘੱਟ ਹੈ ਲੇਕਿਨ ਦੂਰ ਦੁਰਾਡੇ ਏਰੀਏ 'ਚ। ਮੈਂ ਉੱਥੇ ਜਾ ਕੇ ਕੀ ਦੇਖਦਾ ਕਿ ਲੋਕ ਨੇਚਰ ਨੂੰ ਇੰਜੋਏ ਕਰਦੇ ਆ। ਹਾਂ ਬਿਲਕੁਲ, ਇੱਥੇ ਇਹ ਬੜੀ ਵੱਡੀ ਗੱਲ ਹੈ, ਪੋਜ਼ਿਟਿਵ ਗੱਲ ਹੈ। ਨੇਚਰ ਹੁੰਦੀ ਹੈ, ਕਾਮਨੈਸ ਹੁੰਦੀ ਹੈ, ਇਕਾਂਤ ਹੁੰਦਾ ਹੈ, ਪਾਣੀ ਦੇ ਝਰਨੇ ਵਗਦੇ ਹੁੰਦੇ ਆ, ਜੰਗਲ ਹੁੰਦਾ, ਜੰਗਲ ਤੋਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਜਾਨਵਰਾਂ ਦੀਆਂ, ਉੱਤੇ ਪੰਛੀ ਉੱਡ ਰਹੇ ਹੁੰਦੇ, ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਹੈ, ਲਾਗੇ ਲੇਕ ਹੁੰਦੀ ਹੈ ਤੇ ਬੀਂਡੇ ਜਿਹੜੇ ਹੁੰਦੇ ਨਾ ਪਿੰਡਾਂ 'ਚ ਉਹ ਔਰ ਲਾਗੇ ਕਿਸੇ ਗੋਰੇ ਨੇ ਇੱਕ ਵਿਛਾ ਕੇ ਚਾਦਰ ਤੇ ਉੱਥੇ ਕਿਤਾਬ ਪੜ੍ਹਦਾ ਹੁੰਦਾ। ਠੀਕ ਹੈ ਜੀ, ਇੱਕ ਸਾਰੇ ਕੋਈ ਦਾ ਲੁਤਫ ਉਹ ਲੈ ਰਿਹਾ। ਹਾਂਜੀ, ਇੱਕ ਇੱਥੇ ਜਗ੍ਹਾ ਹੈ ਜੀ 7 ਸਿਸਟਰ ਫਾਲ, ਤੁਸੀਂ ਮੌਕਾ ਮਿਲਿਆ ਜ਼ਰੂਰ ਜਾਇਓ ਤੁਸੀਂ। ਹਾਈਵੇ 44 ਤੋਂ ਨਿਕਲਦਾ 307, ਉਹ ਸਿੱਧਾ ਜਾ ਕੇ ਉੱਥੇ ਲੈਕ ਟਿਊਬੋਨੇ ਜਾ ਕੇ ਤੇ ਉਹ ਮਿਲਦਾ ਹੈ ਡੈਮ ਜਿਹੜਾ ਪਿੰਡਵਾ ਡੈਮ ਉੱਥੇ ਤੱਕ ਜਾਂਦਾ। ਲੇਕਿਨ ਉਹ 70-80 ਕਿਲੋਮੀਟਰ ਦਾ ਸਟ੍ਰੈਚ ਜਿਹੜਾ ਨਾ ਉਹ ਲਾ ਲਓ ਵੀ ਡਲਹੌਜ਼ੀ ਤੁਸੀਂ ਜਾ ਰਹੇ ਹੋ, ਡਲਹੌਜ਼ੀ ਦੇਖ ਰਹੇ ਹੋ, ਉੱਚਾ ਨੀਵਾਂ ਥਾਂ ਤੇ ਉਹਦੇ 'ਚ ਕਮ ਸੇ ਕਮ ਵੀ ਤੇ 8-9 ਲੇਕਾਂ ਆਉਂਦੀਆਂ ਰਸਤੇ 'ਚ। ਅੱਛਾ ਜੀ। ਉਹ ਲੇਕਾਂ ਦੇ ਇੱਕ ਸਾਈਡ ਤੇ ਪਹਾੜੀਆਂ ਨੇ ਤੇ ਇੱਕ ਸਾਈਡ ਤੇ ਲੇਕਾਂ ਨੇ। ਪਹਾੜੀਆਂ ਦੇ ਉੱਤੇ ਉਹਨਾਂ ਨੇ ਨਾ ਲੋਕਾਂ ਨੇ ਛੋਟੇ ਛੋਟੇ ਕੈਬਿਨ ਬਣਾਏ ਆ, ਉੱਤੇ ਕੈਨੇਡਾ ਦੇ ਝੰਡੇ ਲਾਏ ਹੁੰਦੇ ਨੇ। ਔਰ ਉੱਤੇ ਸ਼ਾਮ ਦੇ ਟਾਈਮ ਤੇ ਦੁਪਹਿਰ ਵੇਲੇ ਮਤਲਬ ਦਰਖਤਾਂ ਦੇ ਮਤਲਬ ਝੁੰਡਾਂ ਦੇ ਵਿੱਚ ਬੈਠ ਕੇ ਲੋਕੀ ਕਾਫੀ ਪੀ ਰਹੇ ਹੁੰਦੇ ਆ। ਮੈਂ ਤੁਹਾਨੂੰ ਦੱਸਦਾ ਕਿ ਜੀ ਕਰਦਾ ਕਿ ਆਪਾਂ ਸਾਰਾ ਕੁਝ ਭੁੱਲ ਜਾਈਏ, ਰੀਅਲ ਸਟੇਟ ਭੁੱਲ ਜਾਈਏ, ਕਲਾਇੰਟੇਲ ਭੁੱਲ ਜਾਈਏ, ਪ੍ਰੋਫਿਟ ਡੀਲਾਂ ਡੂਲਾਂ ਸਾਰੀਆਂ ਪੁੱਛ ਕੇ ਇਹਨਾਂ ਦੇ ਕੋਲ ਬੈਠ ਜਾਈਏ ਜੀ। ਠੀਕ ਹੈ ਜੀ। ਨਿੱਕੇ ਨਿੱਕੇ ਕੁੱਤੇ ਹੁੰਦੇ ਜੀ, ਕੁੱਕੜੀਆਂ ਨਾਲ ਰੱਖੀਆਂ, ਖਰਗੋਸ਼ ਲਾਗੇ ਤੁਰੇ ਫਿਰਦੇ ਹਨ ਜੀ। ਮੈਂ ਸਮਝਦਾ ਕਿ ਉੱਥੇ ਜਾ ਕੇ ਮੈਨੂੰ ਮਹਿਸੂਸ ਹੁੰਦਾ ਕਿ ਅਸਲੀ ਜਿਹੜੀ ਜ਼ਿੰਦਗੀ ਇਹ ਹੋਈ ਹੈ। ਠੀਕ ਹੈ। ਮੈਂ ਅੰਗੂਰ ਤੇ ਕਿਸ਼ਮਿਸ਼ ਦੀ ਗੱਲ ਤਾਂ ਕੀਤੀ ਸੀ ਵੀ ਕਈ ਵਾਰੀ ਬੰਦਾ ਜਵਾਨੀ ਵਿੱਚ ਕਿਸੇ ਹੋਰ ਜੋਸ਼ 'ਚ ਹੁੰਦਾ, ਉਹ ਸਮਝਦਾ ਕਿ ਜਿਹੜਾ ਮੇਰਾ ਪਾਰਟਨਰ ਆ ਜਾਂ ਮੇਰਾ ਮਿੱਤਰ ਆ ਜਾਂ ਮੇਰਾ ਫਰੈਂਡ ਆ ਜਾਂ ਜਿਹਨੂੰ ਮੈਂ ਬਹੁਤ ਚਾਹੁੰਦਾ ਉਹ ਖਿੜਿਆ, ਪਰ ਉਹਨੇ ਇੱਕ ਸਮਾਂ ਪਾ ਕੇ ਉਹਨੇ ਮੁਰਝਾਉਣਾ ਵੀ ਆ। ਹਾਂਜੀ। ਉਹਦੇ ਚਿਹਰੇ ਤੇ ਬੇਰੌਣਕੀ ਵੀ ਆਉਣੀ, ਝੁਰੜੀਆਂ ਵੀ ਪੈਣੀਆਂ, ਉਹਦਾ ਜਿਹੜੀ ਲਿਸ਼ਕੋ ਹੈ ਉਹ ਵੀ ਘਟਣੀ ਹੈਗੀ ਆ, ਉਹਦਾ ਹੁਸਨ ਜਿਹੜਾ ਉਹਨੇ ਮੱਠਾ ਪੈਣਾ ਤੇ ਪਰ ਕਿਸ਼ਮਿਸ਼ ਦੀ ਕੀਮਤ ਅੰਗੂਰ ਨਾਲੋਂ ਜ਼ਿਆਦਾ। ਬਿਲਕੁਲ। ਉਹ ਉਸ ਉਮਰ ਦੇ ਵਿੱਚ ਜਿਹੜੀ ਉਹ ਕਿਸ਼ਮਿਸ਼ ਬਣ ਗਈ ਚੀਜ਼, ਤੁਹਾਡਾ ਰਿਸ਼ਤਾ ਕੋਈ ਵੀ ਹੋਵੇ, ਉਹ ਜਿਹੜੀ ਕਿਸ਼ਮਿਸ਼ ਬਣ ਗਈ ਆ ਉਹਦਾ ਮੁੱਲ ਬਹੁਤ ਹੈਗਾ। ਉਹਦਾ ਮੁੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। MP ਸਿੰਘ ਜੀ, ਮੈਂ ਤੁਹਾਨੂੰ ਪਤਾ ਮੈਨੂੰ ਲਿਖਣ ਦਾ ਥੋੜਾ ਬਹੁਤਾ ਸ਼ੌਕ ਹੈਗਾ ਜੀ। ਮੈਨੂੰ ਨਹੀਂ ਪਤਾ, ਸਾਰੇ ਦੁਨੀਆ ਨੂੰ ਪਤਾ ਹੈ। ਤੇ ਮੈਨੂੰ ਲੋਕ ਨਾ ਚਲੋ ਮੈਂ ਲੋਕਾਂ ਦਾ ਧੰਨਵਾਦ ਕਰਨਾ ਕਿ ਮੈਨੂੰ ਆਪਣੀ ਲਾਈਫ ਪ੍ਰੋਫਾਈਲ, ਲਾਈਫ ਸਟੋਰੀਜ਼ ਲਿਖ ਕੇ ਭੇਜਦੇ ਆ ਕਿ ਚੰਦਾ ਸਾਹਿਬ ਤੁਸੀਂ ਆਹ ਚੀਜ਼ ਨੂੰ ਆਪਣੇ ਅੱਖਰ ਦੇ ਦਿਓ। ਠੀਕ ਹੈ ਜੀ। ਆਹ ਸਾਡੀ ਰਿਐਲਿਟੀ ਹੈ ਲਾਈਫ ਦੀ ਤੇ ਇਹਨੂੰ ਆਪਣਾ ਅੱਖਰ ਦੇ ਦਿਓ। ਠੀਕ ਹੈ ਜੀ। ਜ਼ਿਆਦਾਤਰ ਸਟੋਰੀਆਂ ਜਿਹੜੀਆਂ ਨੇ, ਜ਼ਿਆਦਾਤਰ ਜਿਹੜੇ ਲਾਈਫ ਪ੍ਰੋਫਾਈਲ ਹੈ, ਜ਼ਿਆਦਾਤਰ ਜਿਹੜੇ ਬਿਰਤਾਂਤ ਹੈਗੇ ਨੇ ਉਹ ਹੁੰਦੇ ਨੇ ਓਲਡ ਏਜ ਦੇ, 60-65 ਸਾਲ ਤੋਂ ਬਾਅਦ ਦੇ। ਠੀਕ ਹੈ ਜੀ। ਉਸ ਟਾਈਮ ਤੇ ਕੀ ਹੁੰਦਾ ਕਿ 60-65 ਤੋਂ ਬਾਅਦ ਬੰਦਾ ਓਲਡ ਹੋ ਜਾਂਦਾ। ਨਹੀਂ, ਆਈ ਮੀਨ ਟੂ ਸੇ ਕਿ ਉਸ ਏਜ ਕੈਟਾਗਰੀ ਤੋਂ ਬਾਅਦ ਜੇ ਬੰਦਾ ਸਮਝੇ ਬੁੱਢਾ ਤੇ ਬੰਦਾ 20 ਸਾਲ ਦਾ ਵੀ ਸਮਝਣ ਲੱਗ ਪੈਂਦਾ ਆਪਣੇ ਆਪ। ਸਮਝਣ ਦੀ ਗੱਲ ਹੈ, ਸਾਰਾ ਸਟੇਟ ਆਫ ਮਾਈਂਡ ਦੀ ਗੱਲ ਹੈ। ਠੀਕ ਹੈ ਜੀ। ਜ਼ਿਆਦਾਤਰ ਹੁੰਦਾ ਹੈ ਕਿ ਆਪਾਂ ਆਹ ਪਲਾਨ ਕੀਤਾ ਸੀ 40-45 ਸਾਲ, 50 ਸਾਲ, 55 ਸਾਲ ਦੇ ਕਿ ਰਿਟਾਇਰਮੈਂਟ ਤੋਂ ਬਾਅਦ ਆਪਾਂ ਆਹ ਕੰਮ ਕਰਾਂਗੇ। ਸਾਰੇ ਚੀਜ਼ਾਂ ਆਪਾਂ ਪੋਸਟਪੋਨ ਕਰੀ ਗਏ ਕਿ ਰਿਟਾਇਰਮੈਂਟ ਤੋਂ ਬਾਅਦ ਆਪਾਂ ਫਲਾਣੀ ਚੀਜ਼ ਕਰਾਂਗੇ, ਉੱਥੇ ਜਾਵਾਂਗੇ, ਉਹ ਚੀਜ਼ ਖਾਣੀ, ਉੱਥੇ ਬੈਠ ਕੇ ਪਿੰਡ ਜਾਣਾ, ਉੱਥੇ ਸਕੂਲ ਖੋਲ੍ਹਣਾ, ਉੱਥੇ ਇਸ ਤਰ੍ਹਾਂ ਕਰਕੇ। ਪਰ ਕਹਿੰਦੇ ਸਾਨੂੰ ਤੇ ਉਹ ਟਾਈਮ ਮਿਲਿਆ ਨਹੀਂ। 60 ਸਾਲ ਦੇ ਹੁੰਦਿਆਂ ਮੇਰੀ ਵਾਈਫ ਜਿਹੜੀ ਹੈ ਜਾਂ ਮੇਰਾ ਪਾਰਟਨਰ ਉਹ ਮੇਰਾ ਸਾਥ ਛੱਡ ਗਿਆ। ਬੱਚੇ ਜਿਹੜੇ ਵਿਆਹੇ ਗਏ ਉਹ ਆਪਣੀ ਲਾਈਫ 'ਚ, ਕਹਿੰਦੇ ਮੈਂ ਇਕੱਲਾ ਰਹਿ ਗਿਆ। ਠੀਕ ਹੈ ਜੀ। ਫਿਰ ਉਹ ਕਹਿੰਦੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਇੱਕ ਸੁਨੇਹਾ ਦਿਓ ਜਿਹੜੇ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪੋਸਟਪੋਨ ਕਰਦੇ ਰਹਿੰਦੇ ਆ। ਇਸੇ ਗੱਲ ਤੋਂ ਮੈਂ ਕਦੀ ਵੀ ਕਹਿੰਦੇ ਆਹ ਗਲਤੀ ਨਾ ਕਰੋ। ਲਾਈਫ ਤੁਹਾਨੂੰ ਜਿੰਨੀ 15, 20, 25 ਸਾਲ ਪਹਿਲੇ 25 ਸਾਲ ਏਜ ਕੈਟਾਗਰੀ 'ਚ ਤੁਹਾਨੂੰ ਲੱਗਦੀ ਕਿ ਬੜੀ ਲੰਬੀ ਹੈ, ਉਨੀ ਹੈ ਨਹੀਂ ਹੈ। ਇਸੇ ਗੱਲ ਤੇ ਮੈਂ ਤੁਹਾਨੂੰ ਗੱਲ ਸ਼ੇਅਰ ਕਰਨੀ ਚਾਹੁੰਦਾ ਜੀ। ਆਮ ਤੌਰ ਤੇ ਕੀ ਹੁੰਦਾ, ਜਦੋਂ ਬੱਚੇ ਛੋਟੇ ਸਕੂਲ ਵਿੱਚ ਜਾਣਾ ਸ਼ੁਰੂ ਨਹੀਂ ਕੀਤਾ, ਪੇਰੈਂਟਸ ਵੀ ਉਹਨਾਂ ਨੂੰ ਇਨਕਰਜ ਕਰਦੇ ਆ, ਸਕੂਲ ਬਾਰੇ ਦੱਸਣਾ ਸ਼ੁਰੂ ਕਰਦੇ ਆ ਤੇ ਬੱਚੇ ਦੇ ਮਨ 'ਚ ਆਉਂਦਾ ਕਿ ਮੈਂ ਸਕੂਲ ਜਾਣਾ,
ਉੱਥੇ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਕਰਨੀ, ਉਹਨੂੰ ਉਸ ਤਰੀਕੇ ਦਾ ਚਾਅ ਹੁੰਦਾ। ਠੀਕ ਹੈ ਜੀ। ਜਦੋਂ ਉਹ ਸਕੂਲ ਜਾਣ ਲੱਗਦਾ ਫਿਰ ਉਹਨੂੰ ਕਲਾਸਿਸ ਦਾ ਹੋ ਜਾਂਦਾ ਕਿ ਮੈਂ ਹੁਣ ਆਹ ਕਲਾਸ ਕਰ ਲੈਣੀ ਆ, ਫਿਰ ਅਗਲੀ ਕਰ ਲੈਣੀ ਆ, 10 ਕਰ ਲਈਆਂ, 12 ਕਰ ਲਈਆਂ, ਕਾਲਜ ਚਲੇ ਗਏ, ਯੂਨੀਵਰਸਿਟੀ ਚਲੇ ਗਏ। ਠੀਕ ਹੈ ਜੀ। ਹੁਣ ਜਦੋਂ ਕਾਲਜ ਦੀ ਪੜ੍ਹਾਈ ਖਤਮ ਕਰ ਲਾਂਗੇ, ਯੂਨੀਵਰਸਿਟੀ ਦੀ ਪੜ੍ਹਾਈ ਖਤਮ ਕਰ ਲਾਂਗੇ, ਉਦੋਂ ਬਾਅਦ ਫਿਰ ਉਹ ਜਿਹੜੀ ਜਵਾਨੀ ਵਾਲਾ ਦੌਰ ਸ਼ੁਰੂ ਹੋ ਜਾਂਦਾ, ਉਹਦੇ 'ਚ ਪੈਰ ਰੱਖਾਂਗੇ। ਉਹ ਜਵਾਨੀ ਆ ਜਾਂਦੀ ਆ, ਵਿਆਹ ਵੀ ਹੋ ਜਾਂਦਾ, ਫਿਰ ਉਦੋਂ ਬਾਅਦ ਆ ਜਾਂਦਾ ਕਿ ਜ਼ਿੰਦਗੀ ਨੂੰ ਜੀਣ ਵਾਲਾ ਪੱਖ ਫਿਰ ਨਹੀਂ ਰਹਿੰਦਾ। ਫਿਰ ਉਹ ਜ਼ਿੰਦਗੀ ਦੇ ਜਿਹੜੇ ਝਮੇਲੇ ਆ ਉਹ ਵਧਣੇ ਸ਼ੁਰੂ ਹੋ ਜਾਂਦੇ। ਫਿਰ ਬੰਦਾ ਸੋਚਦਾ ਵੀ ਹੁਣ ਵਿਆਹ ਕਰ ਲਿਆ, ਚਲੋ ਹੁਣ ਡਟ ਕੇ ਕੰਮ ਕਰ ਲਈਏ, ਇਸ ਵੇਲੇ ਜੋਸ਼ ਆ, ਹੋਸ਼ ਹੈ, ਹਿੰਮਤ ਆ, ਤਾਕਤ ਆ। ਠੀਕ ਹੈ ਜੀ। ਉਹ ਜ਼ਿੰਦਗੀ ਇੰਜੋਏ ਕਰਨ ਵਾਲਾ ਜਿਹੜਾ ਪੀਰੀਅਡ ਆ ਉਹ ਹੱਥੋਂ ਨਿਕਲਦਾ ਜਾਂਦਾ। ਫਿਰ ਬੱਚੇ ਹੋ ਜਾਂਦੇ, ਫਿਰ ਬੱਚਿਆਂ ਦੇ ਫਿਕਰ, ਫਿਰ ਬੱਚਿਆਂ ਦੇ ਫਿਕਰ, ਤੇ ਆਪ ਦੇ ਤੇ ਜਵਾਨੀ ਤੋਂ ਗਾਂ ਬੁਢਾਪਾ, ਪਰਛਾਵਾਂ ਢਲਣਾ ਸ਼ੁਰੂ ਹੋ ਜਾਂਦਾ। ਯਾਨੀ ਤੁਹਾਨੂੰ ਜ਼ਿੰਦਗੀ ਜੀਣ ਦਾ ਮੌਕਾ ਤੁਸੀਂ ਆਪਦੇ ਹੱਥੋਂ ਪਲ ਪਲ ਗੁਆ ਰਹੇ ਹੁੰਦੇ। ਪ੍ਰੈਜ਼ੈਂਟ ਵਿੱਚ ਰਹਿੰਦੇ ਹੀ ਨਹੀਂ, ਪਾਸਟ ਵਿੱਚ ਜਾਂ ਫਿਰ ਫਿਊਚਰ ਵਿੱਚ। ਫਿਊਚਰ ਦੇ ਲਈ ਤਾਂਘਦੇ ਰਹਿੰਦੇ ਆ, ਪਾਸਟ ਦੇ ਲਈ ਝੂਰਦੇ ਰਹਿੰਦੇ ਆ। ਜਿਹੜਾ ਪ੍ਰੈਜ਼ੈਂਟ ਹੈਗਾ ਵਾ ਉਹਨੂੰ ਤੁਸੀਂ ਨਾ ਤਾਂ ਪ੍ਰੈਜ਼ੈਂਟ ਨੂੰ ਤੁਸੀਂ ਪਛਾਣਦੇ ਹੋ ਕਿ ਮੇਰਾ ਇਹ ਪ੍ਰੈਜ਼ੈਂਟ ਹੈਗਾ, ਤੇ ਨਾ ਉਹਨੂੰ ਇੰਜੋਏ ਕਰਦੇ। ਪਛਾਣੋਗੇ ਤੇ ਇੰਜੋਏ ਕਰੋਗੇ। ਇੱਕ ਜੀ ਆਸਟ੍ਰੇਲੀਅਨ ਲੇਡੀ ਸੀ, ਉਹਨੂੰ ਜੌਬ ਨਹੀਂ ਮਿਲੀ ਕਿਤੇ ਵੀ, ਬਹੁਤ ਟਰਾਈ ਕੀਤਾ ਉਹਨੇ। ਅਲਟੀਮੇਟਲੀ ਉਹਨੇ ਇੱਕ ਓਲਡ ਏਜ ਹੋਮ 'ਚ ਜੌਬ ਕਰ ਲਈ। ਠੀਕ ਹੈ ਜੀ। ਜਿੱਥੇ ਬਿਲਕੁਲ ਮੌਤ ਦੀ ਦਹਲੀਜ਼ ਤੱਕ ਪਹੁੰਚੇ ਜਿਹੜੇ ਬਜ਼ੁਰਗ ਨੇ, ਉਹਨਾਂ ਦੀ ਟੇਕ ਕੇਅਰ ਕਰਨੀ। ਇੱਥੇ ਵੀ ਹੈ ਨੇ ਵਿਨੀਪੈਗ 'ਚ ਵੀ। ਠੀਕ ਹੈ। ਉਹਨੂੰ ਲਿਖਣ ਦਾ ਸ਼ੌਕ ਸੀ ਥੋੜ੍ਹਾ ਜਿਹਾ। ਹੁਣ ਉਹਦੇ ਹੱਥਾਂ 'ਚ ਕਈ ਬਜ਼ੁਰਗ, ਕਈ ਜਿਹੜੇ ਮਖਲੂਕਾਤ ਜਿਹੜੇ ਨੇ ਉਹ ਰੱਬ ਨੂੰ ਪਿਆਰੇ ਹੋਏ। ਉਹ ਕੀ ਕਰਦੀ ਹੁੰਦੀ ਸੀ ਕਿ ਜਿਹੜਾ ਬੰਦਾ ਨੂੰ ਲੱਗਦਾ ਸੀ ਕਿ ਇਹਦੇ ਦਿਨ ਥੋੜ੍ਹੇ ਆ, ਉਹਨੂੰ ਪੁੱਛਦੀ ਹੁੰਦੀ ਸੀ ਕਿ ਤੇਰੇ ਲਾਈਫ ਦੇ ਰਿਗਰੈਟ ਕੀ ਹੈ, ਤੇਰੇ ਲਾਈਫ ਦੇ ਜਿਹੜੇ ਨੇ ਪਛਤਾਵੇ ਕੀ ਹੈ। ਠੀਕ ਹੈ ਨਾ। ਤੇ ਉਹਨੇ ਸਭ ਤੋਂ ਵੱਡਾ ਪਛਤਾਵਾ ਇਹ ਕਿਹਾ, ਮੋਸਟ ਦਾ ਪੀਪਲ, ਉਹਨੇ ਡਾਕੂਮੈਂਟ ਕੀਤੀ ਇਸ ਚੀਜ਼ ਨੂੰ, ਕਿ ਸਭ ਤੋਂ ਵੱਡਾ ਪਛਤਾਵਾ ਇੱਕ ਮਰਦ ਬੰਦੇ ਨੂੰ ਇਹ ਹੈ ਕਿ ਮੈਂ ਆਪਣੇ ਹਿਸਾਬ ਨਾਲ ਜ਼ਿੰਦਗੀ ਨਹੀਂ ਆਪਣੀ ਜੀ ਨਹੀਂ ਸਕਿਆ। ਮੈਂ ਹਮੇਸ਼ਾ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ, ਦੂਜਿਆਂ ਨੂੰ ਇੰਪ੍ਰੈਸ ਕਰਨ ਦੇ ਚੱਕਰ 'ਚ ਆਪਣੇ। ਔਰ ਦੂਜੀ ਗੱਲ ਉਹ ਦੱਸਦਾ ਹੈ, ਜ਼ਿਆਦਾਤਰ ਲੋਕ ਦੱਸਿਆ ਕਿ ਮੈਂ ਇੰਨਾ ਕੰਮ ਕੀਤਾ ਕਿਉਂ, ਮੈਂ ਇੰਨਾ ਕੰਮ ਕੀਤਾ ਕਿਉਂ, ਕਾਹਦੇ ਵਾਸਤੇ ਕੀਤਾ, ਮੈਂ ਕਾਹਦੇ ਵਾਸਤੇ, ਮੈਂ ਜਿਹੜੇ ਸੁਨਹਿਰੀ ਪਲ ਲਾਈਫ ਦੇ ਮੈਂ ਮਿੱਟੀ ਕਰ ਛੜੇ। ਬਾਅਦ 'ਚ ਮਹਿਸੂਸ ਹੁੰਦਾ ਵੀ 4 ਘਰ ਕੀ ਕਰਨੇ ਸੀ। ਹਾਂਜੀ, ਬਿਲਕੁਲ ਠੀਕ ਹੈ। ਹਾਂਜੀ। ਐਪਲ ਜਿਹੜਾ ਐਪਲ ਦਾ ਸਟੀਵ ਜੌਬ ਜਿਹੜਾ ਸੀ, 50 ਸਾਲ ਦੀ ਉਮਰ 'ਚ ਉਹਨੂੰ ਕੈਂਸਰ ਹੋ ਗਿਆ, ਡੈਥ ਹੋ ਗਈ ਉਹਦੀ। ਤੇ ਉਹ ਆਪਣੀ ਡਾਇਰੀ ਦੇ ਆਖਰੀ ਪੰਨੇ 'ਚ ਲਿਖਦਾ ਕਿ ਕਾਸ਼ ਮੇਰੀ ਬਿਮਾਰੀ ਜਿਹੜੀ, ਮੈਂ ਜਿੰਨੀ ਮੇਰੇ ਕੋਲ ਦੌਲਤ ਹੈ ਨਾ, ਕੋਈ ਉਹ ਦੌਲਤ ਲੈ ਕੇ ਤੇ ਮੇਰੀ ਬਿਮਾਰੀ ਮੈਂ ਪਾਸ ਔਨ ਕਰ ਦਿੰਦਾ। ਇੱਕ ਹੈਗਾ ਜੀ, ਕੌਣ कहता है मौत आई तो मर जाऊंगा। हाँ। कौन कहता है कि मौत आई तो मर जाऊंगा, मैं तो दरिया हूँ समुंदर में उतर जाऊंगा। अहमद नदीम कादरी ਦਾ ਇਹ ਹੈਗਾ ਜੀ ਸ਼ੇਰ, ਮੈਨੂੰ ਕਿਤੋਂ ਮਿਲਿਆ ਸੀਗਾ। ਤੇ ਇੱਕ ਹੋਰ ਗੱਲ ਜੀ ਖਤਮ ਕਰਨ ਤੋਂ ਪਹਿਲਾਂ, ਮੈਂ ਜਗਜੀਤ ਸਿੰਘ ਹੋਰਾਂ ਦੀ ਇੱਕ ਗਜ਼ਲ ਸੁਣ ਰਿਹਾ ਸੀ। ਉਹਨਾਂ ਨੇ ਵੀ ਕਿਸੇ ਦੀ ਗਜ਼ਲ ਗਾਈ ਹੈ, दाग दिल भी शायद। ठीक है। वो कहते जी, वसल का दिन और इतना मुख्तसर, वसल का दिन और इतना मुख्तसर, दिन गिने जाते हैं इस दिन के लिए। वसल का दिन और इतना मुख्तसर। वसल वैसे कहते किन्नू है, ਤੁਹਾਨੂੰ ਪਤਾ ਹੋਵੇਗਾ। ਵਸਲ ਦੇਖੋ, ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦੇ, ਤੁਹਾਨੂੰ ਉਹਦੇ ਲਈ ਤੁਸੀਂ ਇੰਨਾ ਛੋਟਾ ਦਿਨ ਹੁੰਦਾ। ਸੰਤੁਸ਼ਟੀ ਬਹੁਤ ਥੋੜੀ ਹੁੰਦੀ, ਲੰਬੀ ਚ ਨਹੀਂ ਹੁੰਦੀ। ਔਰ ਕਹਿੰਦੇ ਵੀ ਇਹਦੇ ਲਈ ਅਸੀਂ ਦਿਨਾਂ ਦੀ ਉਡੀਕ ਕਰੀ ਜਾਂਦੇ ਆ। ਇਹਨਾਂ ਨੇ ਇਹ ਵੀ ਗਾਇਆ ਜੀ, ਪਤਾ ਨਹੀਂ ਕਿਹਦਾ ਹੈ, ਕਿ घर से मस्जिद है बहुत दूर चलो यूं कर लें, घर से मस्जिद है बहुत दूर चलो यूं कर लें, किसी रोते हुए बच्चे को हंसाएं। बिल्कुल ठीक है जी। कि जे मस्जिद दूर भी है, गुरुद्वारा दूर ही है, ਇੱਕ ਰੋਂਦੇ ਹੋਏ ਬੱਚੇ ਨੂੰ, ਰੋਂਦੇ ਹੋਏ ਇਨਸਾਨ ਨੂੰ ਤੁਸੀਂ ਚੁੱਪ ਕਰਾ ਦਿਓ, ਤੁਹਾਡੀ ਜੇ ਦਰਗਾਹ ਦੇ ਵਿੱਚ ਜਿਹੜੀ ਹਾਜ਼ਰੀ ਹੈ ਕਬੂਲ ਹੋ ਜਾਏਗੀ। ਜੇ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ ਹੈ, ਹੈ ਨਾ ਜੀ। ਕਿ ਦਾ ਹੋਲ ਵਰਲਡ ਵੁੱਡ ਬੀ ਬਟ ਏ ਫਿਊਟਾਈਲ ਪੋਜੀਸ਼ਨ। ਠੀਕ ਹੈ ਜੀ। ਅੰਗਰੇਜ਼ੀ 'ਚ ਇਹਨੂੰ ਕਨਵਰਟ ਕੀਤਾ। ਅਲਟੀਮੇਟਲੀ ਐਟ ਦਾ ਐਂਡ ਆਫ ਦਾ ਡੇ ਇਹੋ ਹੁੰਦਾ ਕਿ ਸਾਡਾ ਸਾਇੰਸ ਮਾਸਟਰ ਸਵਰਨ ਸਿੰਘ, ਉਹਨਾਂ ਨੂੰ ਕੋਟ ਕਰਨੇ ਜੀ, ਪਤਾ ਨਹੀਂ ਜਿਉਂਦੇ ਆ ਕਿ ਚਲੇ ਗਏ, ਹੈ ਨਾ ਜੀ। ਕਿਉਂ ਮੈਨੂੰ ਨਹੀਂ ਹੈ ਕਿ ਅੱਜ ਤੋਂ 30 ਸਾਲ ਪੁਰਾਣੀ ਗੱਲ ਕਰਦਾ। ਉਹ ਕਹਿੰਦੇ ਹੁੰਦੇ ਸੀ ਕਿ ਬੱਚਿਓ ਤੁਸੀਂ ਹਾਲੇ ਬੜੇ ਛੋਟੇ ਹੋ, ਲੇਕਿਨ ਮੇਰੀਆਂ 2 ਗੱਲਾਂ ਕਦੀ ਨਾ ਭੁੱਲਿਓ।
ਲਾਈਫ 'ਚ ਬੰਦਾ ਇਕੱਲਾ ਹੁੰਦਾ ਤੇ ਇਕੱਲਾ ਹੀ ਜਾਂਦਾ ਹੈ, ਚਾਹੇ ਜਿੰਨੇ ਮਰਜ਼ੀ ਖਿਲਾਰੇ ਪਾ ਲੇ। ਇਹ ਵੀ ਕਹਿੰਦੇ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਜਾਂਦਾ ਹੈਗਾ। ਠੀਕ ਹੈ ਜੀ। ਆਹ ਦੋ ਗੱਲਾਂ ਮੈਂ ਜਿਹੜਾ ਹੈ ਨਾ ਆਪਣੀ ਜਿਹੜੀ ਡੇਲੀ ਇੱਕ ਨੋਟਬੁੱਕ ਹੈ ਉਹਦੇ ਪਹਿਲੇ ਪੇਜ ਤੇ ਮੈਂ ਲਿਖ ਕੇ ਰੱਖੀਆਂ ਹੋਈਆਂ ਜੀ। ਠੀਕ ਹੈ ਜੀ। ਜਦੋਂ ਤੁਸੀਂ ਇੱਕ ਵਾਰੀ ਇਹ ਪੜ੍ਹ ਲਓ ਦੋ ਚੀਜ਼ਾਂ, ਤੇ ਤੁਹਾਡੇ ਹੱਥੋਂ ਕਿਸੇ ਦਾ ਦੁੱਖ ਨਹੀਂ, ਕਿਸੇ ਦਾ ਬੁਰਾ ਨਹੀਂ ਹੁੰਦਾ, ਤੇ ਤੁਹਾਡੇ ਹੱਥੋਂ ਕੋਈ ਐਸੀ ਚੀਜ਼ ਨਹੀਂ ਹੁੰਦੀ ਜਿਹੜੀ ਤੁਹਾਨੂੰ ਪ੍ਰੋਬਲਮ ਪਾਏ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਜੀ, ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਜ਼ਿੰਦਗੀ ਦਾ ਸੱਚ ਹੈ, ਬਹੁਤ ਕੋਰਾ ਨੰਗਾ ਸੱਚ ਹੈ, ਜਿਹਦੇ ਤੋਂ ਤੁਸੀਂ ਬੈਕ ਕਰਕੇ ਪਿੱਠ ਭੌਂ ਕੇ ਨਹੀਂ ਦੇਖ ਸਕਦੇ, ਲੰਘ ਸਕਦੇ। ਇਹ ਤੁਹਾਨੂੰ ਜ਼ਿੰਦਗੀ ਜਿਉਣੀ ਹੀ ਪੈਣੀ ਹੈ। ਹੱਸ ਕੇ ਜੀ ਲਓ, ਖੁਸ਼ ਹੋ ਕੇ ਜੀ ਲਓ, ਮਿਹਨਤ ਕਰਕੇ ਜੀ ਲਓ, ਇਮਾਨਦਾਰੀ ਨਾਲ ਜੀ ਲਓ, ਬਹੁਤ ਚੰਗੀ ਗੱਲ ਹੈ। ਇਹ ਦੁਨੀਆ ਰੰਗ ਬਰੰਗੀ ਹੈ, ਜਿਹਦੇ 'ਚੋਂ ਚੰਗੇ ਰੰਗ ਜਿਹੜੇ ਹੈਗੇ ਆ ਉਸ ਛਾਂਟਣ ਦਾ ਹਰ ਇੱਕ ਬੰਦੇ ਨੂੰ ਹੱਕ ਹੈ। ਜਿਹੜਾ ਉਹਦੇ 'ਚੋਂ ਚੰਗੇ ਰੰਗ ਛਾਂਟ ਕੇ ਆਪਦੀ ਜ਼ਿੰਦਗੀ ਦੇ ਵਿੱਚ ਰੰਗ ਭਰ ਲਊਗਾ, ਜ਼ਿੰਦਗੀ ਨੂੰ ਰੰਗੀਨ ਬਣਾ ਲਊਗਾ, ਖੁਸ਼ ਮਿਜ਼ਾਜ ਬਣਾ ਲਊਗਾ, ਵਧੀਆ ਤਰੀਕੇ ਨਾਲ ਜੀਣ ਦਾ ਢੰਗ ਸਿੱਖ ਲਊਗਾ, ਉਹਦੀ ਜ਼ਿੰਦਗੀ ਬਹੁਤ ਵਧੀਆ। ਨਹੀਂ ਤੇ ਫਿਰ ਜੇ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ ਹੈ, ਫਿਰ ਹੋਣਾ ਕੁਛ ਨਹੀਂ, ਪਛਤਾਵਾ ਰਹਿ ਜਾਣਾ। ਦੇਖੋ ਜੀ, ਇੱਕ ਬਜ਼ੁਰਗ ਸੀ ਤੇ ਉਹਨੂੰ ਛੋਟਾ ਬੱਚਾ ਪੁੱਛਦਾ ਕਿ ਜ਼ਿੰਦਗੀ ਲਗਾਉਣ 'ਚ ਤੇ ਜ਼ਿੰਦਗੀ ਮਾਣਨ 'ਚ ਕੀ ਫਰਕ ਹੈ। ਉਹ ਅੱਗੋਂ ਕਹਿੰਦਾ, ਪੁੱਤਰਾ, ਜ਼ਿੰਦਗੀ ਦਾ ਜਿਹੜਾ ਟਾਈਮ ਆਪਣੇ ਦੇ ਨਾਲ ਗੁਜ਼ਾਰ ਲਿਆ ਉਹ ਜ਼ਿੰਦਗੀ ਮਾਣਨੀ ਹੈ, ਤੇ ਜਿਹੜਾ ਆਪਣੇ ਨੂੰ ਯਾਦ ਕਰਕੇ ਉਸ ਵਿਛੋੜੇ 'ਚ ਆਪਾਂ ਲੰਘਾਇਆ, ਆਪਣੇ ਤੋਂ ਬਿਨਾਂ, ਆਪਣੇ ਤੋਂ ਬਗੈਰ, ਉਹ ਜ਼ਿੰਦਗੀ ਲੰਘਾਈ ਆਪਾਂ। ਬਿਲਕੁਲ। ਕੁਛ ਲੋਕ ਜ਼ਿੰਦਗੀ ਜੀਣ ਆਉਂਦੇ ਜੀ, ਕੁਛ ਬੰਦੇ ਜ਼ਿੰਦਗੀ ਕੱਟਣ ਆਉਂਦੇ। ਆਮ ਤੌਰ ਤੇ ਆਪਾਂ ਗੱਲਾਂ ਸਧਾਰਨ ਗੱਲਾਂ ਕਰਦੇ ਹਾਂ। ਕਈ ਵਾਰੀ ਕਿਸੇ ਨੂੰ ਪੁੱਛੀਦਾ, ਹੋਰ ਸੁਣਾਓ ਕੀ ਹਾਲ ਚਾਲ ਹੈ, ਕਿਵੇਂ ਚੱਲਦੀ ਜ਼ਿੰਦਗੀ, ਕਹਿੰਦੇ ਬਸ ਕੱਟੀ ਜਾਂਦੀ। ਕੋਈ ਕਹਿੰਦਾ ਜ਼ਿੰਦਗੀ, ਬਜ਼ੁਰਗ ਨਾਰਮਲੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਘੜੀ ਲੰਘ ਜਾਏ। ਚਲੋ ਸੰਤੁਸ਼ਟੀ ਦਾ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਇਸ ਚੀਜ਼ ਦਾ, ਨਹੀਂ, ਉਹ ਸੰਤੁਸ਼ਟੀ ਵਾਲੀ ਗੱਲ ਵੀ ਹੈ। ਜੇ ਜਿਹੜੀ ਘੜੀ ਲੰਘ ਜਾਏ ਤਾਂ ਮਤਲਬ ਵਧੀਆ ਤਰੀਕੇ ਨਾਲ ਲੰਘ ਜਾਏ, ਉਹਦਾ ਮਤਲਬ ਤੇ ਉਹ। ਹਾਂਜੀ। ਬਾਕੀ ਜਿਹੜਾ ਅੱਜ ਕੱਲ੍ਹ ਦੇ ਜਿਹੜੇ ਟੈਕਨੋਲੋਜੀ ਆ ਉਹਨੇ ਥੋੜ੍ਹਾ ਜਿਹਾ ਫਾਇਦੇ ਦਿੱਤੇ ਆ, ਨੁਕਸਾਨ ਨਹੀਂ ਦਿੱਤੇ ਆ। ਨੁਕਸਾਨ ਸਭ ਤੋਂ ਪਹਿਲਾਂ ਇਹ ਦਿੱਤਾ ਕਿ ਬੰਦੇ ਦਾ ਜਿਹੜਾ ਇਨਸਾਨ ਦਾ ਸੋਚਣ ਦਾ ਦਾਇਰਾ ਜਿਹੜਾ ਬਹੁਤ ਵਸੀ ਕਰ ਦਿੱਤਾ, ਬਹੁਤ ਐਕਸਪੈਂਡ ਕਰ ਦਿੱਤਾ। ਉਹ ਬੰਦਾ ਇਸ ਕਨਫਿਊਜ਼ਨ 'ਚ ਹੀ ਸਾਰਾ ਦਿਨ ਨਿਕਲ ਜਾਂਦਾ ਉਹਦਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ, ਕੀ ਚੀਜ਼ ਦੇਖਾਂ ਤੇ ਕੀ ਚੀਜ਼ ਛੱਡਾਂ। ਅਗਲੇ ਐਪੀਸੋਡ 'ਚ ਅਸੀਂ ਇਹ ਗੱਲ ਕਰਾਂਗੇ ਜੀ, ਜ਼ਿੰਦਗੀ 'ਚ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਸਾਰਾ ਦਿਨ ਸੋਚਦੇ ਰਹਿੰਦੇ ਅਸੀਂ, ਉਹਦਾ ਕਿਹੜਾ ਪੱਖ ਚੰਗਾ ਜਿਹਨੂੰ ਕਰੀਏ ਤੇ ਕਿਹੜਾ ਪੱਖ ਮਾੜਾ ਜਿਹਨੂੰ ਨਾ ਕਰੀਏ। ਜਵੰਦਾ ਜੀ, ਸਮਾਂ ਕੱਢਿਆ ਤੁਸੀਂ, ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ, ਮਿਹਰਬਾਨੀ। ਜ਼ਿੰਦਗੀ ਜੇ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ। ਥੈਂਕ ਯੂ ਵੈਰੀ ਮਚ।